ਨਵਜੋਤ ਸਿੱਧੂ ਦਾ ਮੁੱਖ ਮੰਤਰੀ ਕੈਪਟਨ ਤੇ ਸਿੱਧਾ ਅਟੈਕ। ਕਿਹਾ ਕਾਂਗਰਸ ਦੀ ਸਰਕਾਰ 'ਚ ਬਾਦਲਾਂ ਦੀ ਚੱਲ ਰਹੀ ਹਕੂਮਤ, ਅਫਸਰਸ਼ਾਹੀ ਤੇ ਪੁਲਿਸ ਬਾਦਲ ਪਰਿਵਾਰ ਮੁਤਾਬਿਕ ਕੰਮ ਕਰਦੀ। ਦਿੱਲੀ 'ਚ ਇੱਕ ਹਫ਼ਤੇ ਦੇ ਲਈ ਵਧਿਆ ਲਾਕਡਾਊਨ। 17 ਮਈ ਸਵੇਰੇ 5 ਵਜੇ ਤੱਕ ਰਹੇਗਾ ਲਾਕਡਾਊਨ। यूपी 'ਚ 17 मई तक लॉकडाउन। भारत 'ਚ 24 घंटिਆਂ दौरान 4 ਲੱਖ ਤੋਂ ਵੱਧ ਕੇਸ, 4092 ਲੋਕਾਂ ਦੀ ਮੌਤ। ਅੰਮ੍ਰਿਤਸਰ 'ਚ ਸਰਕਾਰੀ ਲੈਬ ਦੀ ਵੱਡੀ ਲਾਪਰਵਾਹੀ। 5 ਕਰੋਨਾ ਨੈਗੇਟਿਵ ਡਾਕਟਰਾਂ ਨੂੰ ਦਿਖਾਇਆ ਪੋਜ਼ਿਟਿਵ। ਸ਼ੱਕ ਹੋਣ ਤੇ ਮੁੜ ਕਰਵਾਈ ਕਰੋਨਾ ਜਾਂਚ, ਰਿਪੋਰਟ ਨੈਗੇਟਿਵ। ਹਸਪਤਾਲ ਪ੍ਰਸ਼ਾਸਨ ਨੇ ਜਾਂਚ ਦੇ ਦਿੱਤੇ ਹੁਕਮ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਬੰਬ ਧਮਾਕਾ, 50 ਤੋਂ ਵੱਧ ਮੌਤਾਂ, 100 ਜ਼ਖਮੀ। ਸੈयद अल शाहदा ਸਕੂਲ ਨੇੜੇ ਬਲਾਸਟ, ਮ੍ਰਿਤਕਾਂ 'ਚ ਜ਼ਿਆਦਾਤਰ ਸਕੂਲੀ ਵਿਦਿਆਰਥਣ। ਪਾਕਿਸਤਾਨ 'ਚ ਸਨਾ ਰਾਮਚੰਦ ਬਣੀ ਮਿਸਾਲ। ਸਨਾ ਰਾਮਚੰਦ ਨੇ ਪਾਸ ਕੀਤੀ CSS ਪ੍ਰੀਖਿਆ। CSS ਪ੍ਰੀਖਿਆ ਪਾਸ ਕਰਨ ਵਾਲੀ ਸਨਾ ਪਹਿਲੀ ਹਿੰਦੂ ਲੜਕੀ। ਕਾਂਗਰਸ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੀ ਹੀ ਸਰਕਾਰ ਦੇ ਖਿਲਾਫ ਹਮਲਾਵਰ ਰੁਖ ਅਪਣਾਇਆ ਹੋਇਆ ਹੈ। ਨਵਜੋਤ ਸਿੰਘ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਡਾਇਰੈਕਟ ਅਟੈਕ ਕੀਤਾ ਹੈ। ਉਹਨਾਂ ਇਲਜ਼ਾਮ ਲਗਾਏ ਨੇ ਕਿ ਕਾਂਗਰਸ ਦੀ ਸਰਕਾਰ 'ਚ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ। ਕਾਂਗਰਸੀ ਲੀਡਰ ਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਇੱਕ ਵਾਰ ਫਿਰ ਆਪਣੀ ਹੀ ਸਰਕਾਰ ਨੂੰ ਘੇਰਿਆ। ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਆਮੋ ਸਾਹਮਣੇ ਹੋ ਗਏ ਨੇ। ਸਿੱਧੂ ਨੇ ਟਵੀਟ ਕਰ ਕੈਪਟਨ ਸਰਕਾਰ ਤੇ ਡਾਇਰੈਕਟ ਅਟੈਕ ਕੀਤਾ ਹੈ ਤੇ ਇਲਜ਼ਾਮ ਲਾਏ ਨੇ ਕਿ ਕਾਂਗਰਸ ਦੀ ਸਰਕਾਰ 'ਚ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ। ਸਿੱਧੂ ਨੇ ਟਵੀਟ ਕਰ ਲਿਖਿਆ ਹੈ, ਪੰਜਾਬ ਦੇ ਵਧੇਰੇ ਵਿਧਾਇਕਾਂ ਦੀ ਇਸ ਗੱਲ ਤੇ ਸਹਿਮਤੀ ਹੈ ਕਿ ਪੰਜਾਬ 'ਚ ਕਾਂਗਰਸ ਸਰਕਾਰ ਦੀ ਥਾਂ ਬਾਦਲਾਂ ਦੀ ਹਕੂਮਤ ਚੱਲ ਰਹੀ ਹੈ। ਸਾਡੇ ਵਿਧਾਇਕਾਂ ਤੇ ਪਾਰਟੀ ਵਰਕਰਾਂ ਦੀ ਗੱਲ ਸੁਣਨ ਦੀ ਬਜਾਏ ਅਫਸਰਸ਼ਾਹੀ ਤੇ ਪੁਲਿਸ ਬਾਦਲ ਪਰਿਵਾਰ ਦੀ ਇੱਛਾ ਮੁਤਾਬਿਕ ਕੰਮ ਕਰ ਰਹੇ ਨੇ। ਸਰਕਾਰ ਲੋਕ ਭਲਾਈ ਦੇ ਲਈ ਨਹੀਂ, ਸਗੋਂ ਮਾਫੀਆ ਰਾਜ ਨੂੰ ਬਰਕਰਾਰ ਰੱਖਣ ਦੇ ਲਈ ਚੱਲ ਰਹੀ ਹੈ। #7525। ਮੁੱਖ ਮੰਤਰੀ ਕੈਪਟਨ ਤੋਂ ਖਫਾ ਚੱਲ ਰਹੇ ਸਿੱਧੂ ਦਾ ਇਹ ਕੋਈ ਪਹਿਲਾ ਟਵੀਟ ਨਹੀਂ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਸਿੱਧੂ ਨੇ ਕੈਪਟਨ ਤੇ ਤਿੱਖੇ ਹਮਲੇ ਬੋਲੇ। ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕਰ ਸਿੱਧੂ ਨੇ ਮੁੱਖ ਮੰਤਰੀ ਨੂੰ ਘੇਰਿਆ ਤੇ ਲਿਖਿਆ, ਅਫਸੋਸ, ਗ੍ਰਹਿ ਮੰਤਰੀ ਦੀ ਨਾਕਾਬਲੀਅਤ ਕਰਕੇ ਸਰਕਾਰ ਹਾਈ ਕੋਰਟ ਦੇ ਹੁਕਮ ਮੰਨਣ ਦੇ ਲਈ ਮਜਬੂਰ ਹੈ, ਜਿਸ ਦੇ ਵਿਰੋਧ ਦੇ ਵਿੱਚ ਪੰਜਾਬ ਦੇ ਲੋਕ ਖੜੇ ਹਨ। ਨਵੀਂ ਸਿੱਟ ਨੂੰ 6 ਮਹੀਨੇ ਹੋਰ ਦੇਣ ਦਾ ਮਤਲਬ ਸਰਕਾਰ ਦੇ ਸਭ ਤੋਂ ਵੱਡੇ ਚੋਣ ਵਾਅਦੇ ਨੂੰ ਬਦਕਿਸਮਤੀ ਦੇ ਨਾਲ ਆਉਣ ਵਾਲੀਆਂ ਚੋਣਾਂ ਦੀ ਆਚਾਰ ਸੰਹਿਤਾ ਲਾਗੂ ਹੋਣ ਤੱਕ ਹੋਰ ਲਟਕਾਉਣਾ ਹੈ। ਇਨਸਾਫ ਦੇ ਵਿੱਚ ਜਾਣਬੁੱਝ ਕੇ ਦੇਰੀ ਲੋਕਮਤ ਦੇ ਨਾਲ ਵਿਸ਼ਵਾਸਘਾਤ ਹੈ। 6 ਸਾਲਾਂ ਦੌਰਾਨ ਕਈ ਜਾਂਚ ਕਮਿਸ਼ਨ ਤੇ SITs ਬਣਨ ਕਰਕੇ ਸਬੂਤ ਕਮਜ਼ੋਰ ਹੋ ਗਏ ਹਨ ਤੇ ਇੱਕੋ ਦੋਸ਼ ਬਾਰੇ ਵਾਰ-ਵਾਰ ਪੜਤਾਲ ਹੋਣ ਕਾਰਨ ਦੋਸ਼ੀ ਆਪਣਾ ਬਚਾਅ ਮਜ਼ਬੂਤ ਕਰਨ ਦੇ ਲਈ ਹੋਰ ਸਿਆਣੇ ਹੋ ਗਏ ਹਨ। ਦਰਅਸਲ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਕੋਟਕਪੁਰਾ ਗੋਲੀकांड ਦੀ ਜਾਂਚ ਲਈ ਨਵੀਂ SIT ਦਾ ਗਠਨ ਕੀਤਾ, ਜਿਸ ਤੇ ਸਿੱਧੂ ਨੇ ਸਵਾਲ ਚੁੱਕੇ। ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ 3 ਮੈਂਬਰੀ SIT ਬਣਾਈ ਗਈ ਜੋ 6 ਮਹੀਨੇ ਅੰਦਰ ਇਸ ਮਾਮਲੇ ਦੀ ਜਾਂਚ ਕਰੇਗੀ। SIT ਦੇ ਵਿੱਚ ADGP ਵਿਜੀਲੈਂਸ ਬਿਊਰੋ LK ਯਾਦਵ, ਕਮਿਸ਼ਨਰ ਆਫ ਪੁਲਿਸ ਲੁਧਿਆਣਾ ਰਾਕੇਸ਼ ਅਗਰਵਾਲ ਅਤੇ DIG ਫਰੀਦਕੋਟ ਰੇਂਜ ਸੁਰਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। SIT 14 ਅਕਤੂਬਰ 2015 ਅਤੇ 7 ਅਗਸਤ 2018 ਦੇ ਮਾਮਲਿਆਂ ਦੀ ਜਾਂਚ ਕਰੇਗੀ। ਅਦਾਲਤ ਨੇ ਕੁੰਵਰ ਵਿਜੇ ਪ੍ਰਤਾਪ ਨੂੰ ਇਸ SIT ਦਾ ਹਿੱਸਾ ਨਾ ਰੱਖਣ ਦਾ ਹੁਕਮ ਦਿੱਤਾ ਸੀ ਤੇ ਹੁਣ ਨਵੀਂ SIT ਕੁੰਵਰ ਵਿਜੇ ਪ੍ਰਤਾਪ ਤੋਂ ਬਿਨਾਂ ਇਹਨਾਂ ਮਾਮਲਿਆਂ ਦੀ ਜਾਂਚ ਕਰੇਗੀ। ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ ਸਿੱਧੂ ਨੇ ਟਵੀਟ ਕਰ ਕੈਪਟਨ ਨੂੰ ਘੇਰਿਆ ਤੇ ਸੂਬੇ ਦਾ ਗ੍ਰਹਿ ਮੰਤਰੀ ਹੋਣ ਨਾਤੇ ਸਵਾਲ ਚੁੱਕੇ। ਕਿ ਗ੍ਰਹਿ ਮੰਤਰੀ ਦੇ ਲਈ ਬੇਅਦਬੀ ਕੇਸ ਸਭ ਤੋਂ ਅਹਿਮ ਨਹੀਂ ਸੀ। ਆਪਣੀ ਜ਼ਿੰਮੇਵਾਰੀ ਕਿਸੇ ਸਿਰਮੜੀ ਤੇ ਕੇਵਲ ਐਡਵੋਕੇਟ ਜਨਰਲ ਨੂੰ ਹੀ ਬਲੀ ਦਾ ਬੱਕਰਾ ਬਣਾਉਣ ਦਾ ਮਤਲਬ ਹੈ। ਨਜ਼ਰਸਾਨੀ ਦਾ ਕੰਟਰੋਲ ਕਾਰਜਕਾਰੀ ਅਥਾਰਟੀ ਦੇ ਹੱਥਾਂ 'ਚ ਨਹੀਂ ਹੈ। ਫਿਰ AG ਦੀ ਲਗਾਮ ਕਿਸ ਦੇ ਹੱਥ ਹੈ? ਜ਼ਿੰਮੇਵਾਰੀ ਤੋਂ ਭੱਜਣ ਦੀ ਇਸ ਖੇਡ ਦੇ ਵਿੱਚ ਲੀਗਲ ਟੀਮ ਦੇ ਮੈਂਬਰ ਤਾਂ ਮਹਿਜ਼ ਪਿਆਦੇ ਨੇ। ਇਨ੍ਹਾਂ ਟਵੀਟਸ ਜ਼ਰੀਏ ਸਿੱਧੂ ਕੈਪਟਨ ਨੂੰ ਘੇਰ ਰਹੇ ਨੇ। ਕੈਪਟਨ ਦੇ ਕਈ ਮੰਤਰੀ ਵੀ ਸਿੱਧੂ ਦੇ ਘਰ ਦੇ ਵਿੱਚ ਮੀਟਿੰਗਾਂ ਕਰ ਚੁੱਕੇ ਨੇ। ਹੁਣ ਕਾਂਗਰਸ ਪਾਰਟੀ ਦੇ ਵਿੱਚ ਇੱਕ ਹੋਰ ਧੜਾ ਬਣਦਾ ਦਿਖਾਈ ਦੇ ਰਿਹਾ ਹੈ ਜੋ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਲਈ ਵੱਡਾ ਖਤਰਾ ਹੋ ਸਕਦਾ ਹੈ। ਭਾਰਤ 'ਚ ਕੋਰੋਨਾ ਦੇ ਅੰਕੜੇ ਵੱਧ ਰਹੇ ਨੇ, ਜਿਸ ਨੇ ਹਰ ਕਿਸੇ ਨੂੰ ਫਿਕਰ ਦੇ ਵਿੱਚ ਪਾਇਆ ਹੋਇਆ ਹੈ।
ਦਿੱਲੀ 'ਚ ਵੀ ਕਰੋਨਾ ਮੱਦੇਨਜ਼ਰ ਲਾਕਡਾਊਨ ਵਧਾਇਆ ਗਿਆ ਹੈ। यूपी सरकार ਦੇ ਵੱਲੋਂ ਵੀ ਕੁਝ ਇਸੇ ਤਰ੍ਹਾਂ ਦਾ ਹੀ ਫੈਸਲਾ ਲਿਆ ਗਿਆ ਹੈ। पूरी खबर दिखावांगे पर ब्रेक तो बाद। ਭਾਰਤ 'ਚ ਕਰੋਨਾ ਦੇ ਅੰਕੜੇ ਨਿਤ ਨਵੀਂ ਰਫ਼ਤਾਰ ਦੇ ਨਾਲ ਵੱਧ ਰਹੇ ਨੇ। ਬੀਤੇ 24 ਘੰਟਿਆਂ ਦੌਰਾਨ 4 ਲੱਖ ਤੋਂ ਵੱਧ ਨਵੇਂ ਮਾਮਲੇ ਰਿਕਾਰਡ ਕੀਤੇ ਗਏ ਨੇ। 4092 ਲੋਕਾਂ ਦੀ ਮੌਤ ਹੋਈ ਹੈ। ਕਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਦੇ ਵਿੱਚ ਲਾਕਡਾਊਨ ਵਧਾਇਆ ਗਿਆ ਹੈ। 17 ਮਈ ਸਵੇਰੇ 5 ਵਜੇ ਤੱਕ ਦਿੱਲੀ ਲੌਕ ਰਹੇਗੀ। यूपी ਦੇ ਵਿੱਚ ਵੀ 17 ਮਈ ਤੱਕ ਲਾਕਡਾਊਨ ਵਧਾਇਆ ਗਿਆ ਹੈ। ਕੋਰੋਨਾ ਦੇ ਵੱਧ ਰਹੇ ਅੰਕੜਿਆਂ ਨੇ ਹਰ ਕਿਸੇ ਨੂੰ ਫਿਕਰਾਂ 'ਚ ਪਾਇਆ ਹੋਇਆ ਹੈ। ਮਹਾਮਾਰੀ ਦੀ ਚੇਨ ਤੋੜਨ ਦੇ ਲਈ ਦਿੱਲੀ 'ਚ ਲਾਕਡਾਊਨ ਨੂੰ ਮੁੜ ਇੱਕ ਹਫ਼ਤੇ ਦੇ ਲਈ ਵਧਾ ਦਿੱਤਾ ਗਿਆ ਹੈ। 17 ਮਈ ਸਵੇਰੇ 5 ਵਜੇ ਤੱਕ ਦਿੱਲੀ ਲੌਕ ਰਹੇਗੀ। ਇਸ ਤੋਂ ਪਹਿਲਾਂ 20 ਅप्रैल ਨੂੰ ਲਾਕਡਾਊਨ ਲਾਇਆ ਗਿਆ ਸੀ। इतना मुश्किल दौर है, ये वाली वेव इतनी खतरनाक है, इतने लोगों की मौत हो रही है, तो जान है तो जहान है। अगर ज़िंदगी बचेगी तो बाद में और बहुत कुछ कर लेंगे ज़िंदगी में। सबसे पहले इस टाइम ज़िंदगी बचाना है। तो इसीलिए सरकार ने आप सब लोगों के फीडबैक के आधार पे, आप सब लोगों की इसके आधार पे मजबूरीवश अभी 1 हफ्ते का लॉकडाउन और बढ़ाया जा रहा है। कल सुबह 5 बजे ये लॉकडाउन ख़त्म होना था, लेकिन अब ये अगले सोमवार को 5 बजे तक के, सुबह 5 बजे तक के लिए बढ़ाया जा रहा है। और इस बार थोड़ा सा और सख्त किया जा रहा है। कल से दिल्ली के अंदर मेट्रो भी चलना बंद हो जाएंगी। हमारी कोशिश है कि जितना ज़्यादा इसको लॉकडाउन को सख्त किया जाएगा उतना तेज़ी से हम सब लोग कोरोना पे काबू पा पाएंगे। मेरी आप सबसे निवेदन है, जिस तरह से अभी तक आप लोगों ने सरकार का साथ दिया, जिस तरह से अभी तक आप लोगों ने पूरा लॉकडाउन का पालन किया, इसी तरह से आने वाले समय में भी आप सब लोग लॉकडाउन का पालन करेंगे। ਦਿੱਲੀ 'ਚ ਆਕਸੀਜਨ ਦੀ ਕਮੀ ਤੇ ਕੇਜਰੀਵਾਲ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਕੇਂਦਰ ਦੇ ਸਹਿਯੋਗ ਦੇ ਨਾਲ ਆਕਸੀਜਨ ਦੀ ਕਮੀ ਥੋੜੀ ਦੂਰ ਹੋਈ ਹੈ। ਤਾਂ ਉਧਰ ਵਿਰੋਧੀ ਕੇਜਰੀਵਾਲ सरकार ਤੇ ਆਕਸੀਜਨ ਦੀ ਕਾਲਾਬਾਜ਼ਾਰੀ ਕਰਨ ਦੇ ਇਲਜ਼ਾਮ ਲਾ ਰਹੇ ਨੇ। इस लॉकडाउन के पीरियड को हमने संसाधन, हेल्थ इंफ्रास्ट्रक्चर को और मजबूत करने के लिए इस्तेमाल किया। कई जगह नए ऑक्सीजन बेड्स तैयार किए गए। सबसे बड़ी दिक्कत दिल्ली में ऑक्सीजन की आई है। नॉर्मल टाइम में जितनी ऑक्सीजन चाहिए होती है अस्पतालों में, उससे कई गुना ऑक्सीजन की जरूरत पड़ने लगी, क्योंकि अब जितने भी मरीज आते थे कोरोना में उन सबको ऑक्सीजन की जरूरत थी, तो कई गुना ऑक्सीजन की जरूरत अचानक पड़ने लगी। पिछले कुछ दिनों में केंद्र सरकार के साथ मिलके और हाई कोर्ट और सुप्रीम कोर्ट के आदेशों से, केंद्र सरकार के सहयोग से अब ऑक्सीजन की स्थिति दिल्ली के अंदर काफी सुधरी है पिछले कुछ दिनों में। अब इस तरह की बातें सुनने को नहीं मिलती कि इस अस्पताल में 2 घंटे की ऑक्सीजन रह गई, उस अस्पताल में आधे घंटे की ऑक्सीजन रह गई, यहाँ पे किसी की ऑक्सीजन से मौत हो सकती है। अब इस तरह की बातें सुनने को नहीं मिल रही है। से ऑक्सीजन क्राइसिस को नियंत्रित करने के नाम पर दिल्ली सरकार के प्रशासनिक अधिकारियों ने उन ऑक्सीजन सेंटर्स को बंद कराया, जबरन ऑक्सीजन सिलेंडर जब्त किए। जब ये खेल दिल्ली में चल रहा था उस समय अस्पतालों में SOS कॉल्स आ रहे थे और दिल्ली सरकार ने उसके नाम पर जगह जगह जो लोग ऑक्सीजन निःशुल्क दे रहे थे उनके सिलेंडर्स को जब्त किया। ऑक्सीजन जहां पर रिफिल कराने लोग पहुंच जाते थे, जो होम क्वारंटाइन है, जिनको घर पे रह के इलाज कराना है, ऐसे लोगों को जब वो ऑक्सीजन लेने जाते थे उस समय दिल्ली सरकार ऐसी संस्थाओं के और ऐसे ऑक्सीजन रिफिल करने वालों को बंद कर रहे थे, सीज कर रहे थे। और उसी समय दिल्ली सरकार के मंत्री और विधायक खुलेआम ऑक्सीजन की कालाबाजारी, जमाखोरी कर रहे थे।
ये सबने देखा है कि दिल्ली सरकार के मंत्री वो काम कर रहे थे। ये निश्चित रूप से जानबूझकर दिल्ली के अंदर ऑक्सीजन क्राइसिस को बढ़ाना और केंद्र सरकार को बदनाम करना, खुद तो कुछ काम करना नहीं और सब काम के लिए केंद्र की ओर देखना। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਵਿੱਚ ਵੀ ਕੋਰੋਨਾ ਵਾਇਰਸ ਮੱਦੇਨਜ਼ਰ ਲਾਕਡਾਊਨ ਵਧਾਇਆ ਗਿਆ ਹੈ। 17 ਮਈ ਤੱਕ ਲਾਕਡਾਊਨ 'ਚ ਵਾਧਾ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਯੂਪੀ 'ਚ 10 ਮਈ ਨੂੰ ਸਵੇਰੇ 7 ਵਜੇ ਤੋਂ ਲਾਕਡਾਊਨ ਲਗਾਇਆ ਗਿਆ ਸੀ। ਪੰਜਾਬ 'ਚ ਵੀ ਕੋਰੋਨਾ ਨਿੱਤ ਕਹਿਰ ਢਾ ਰਿਹਾ ਹੈ। ਕੋਰੋਨਾ ਦੀ ਸਥਿਤੀ ਸੰਬੰਧੀ ਕੁਝ ਅੰਕੜੇ ਦਿਖਾਉਂਦੇ ਹਾਂ। 3 ਮਈ 6798 ਨਵੇਂ ਕੇਸ ਆਏ, 157 ਲੋਕਾਂ ਦੀ ਮੌਤ ਹੋਈ। 4 ਮਈ 7600 ਤੋਂ ਵੱਧ ਕੇਸ ਆਏ, 173 ਲੋਕਾਂ ਦੀ ਮੌਤ ਹੋਈ। 5 ਮਈ 8015 ਕੇਸ ਆਏ, 182 ਲੋਕਾਂ ਦੀ ਮੌਤ ਹੋਈ। 6 ਮਈ 8874 ਕੇਸ ਆਏ, 154 ਲੋਕਾਂ ਦੀ ਮੌਤ ਹੋਈ। 7 ਮਈ 8367 ਲੋਕ ਪੀੜਤ ਹੋਏ, 165 ਲੋਕਾਂ ਦੀ ਮੌਤ ਹੋਈ। 8 ਮਈ 9100 ਕੇਸ ਆਏ, 171 ਲੋਕਾਂ ਦੀ ਮੌਤ ਹੋਈ ਹੈ। ਭਾਰਤ 'ਚ ਸਖਤੀ ਦੇ ਬਾਵਜੂਦ ਕੋਰੋਨਾ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਸਿਹਤ ਮੰਤਰਾਲੇ ਦੇ ਵੱਲੋਂ ਜਾਰੀ ਅੰਕੜਿਆਂ ਮੁਤਾਬਿਕ ਕੋਰੋਨਾ ਕਾਰਨ ਸ਼ਿਮਲਾ ਕਾਲਕਾ ਰੇਲ ਇੱਕ ਵਾਰ ਫਿਰ ਤੋਂ ਬੰਦ ਕਰ ਦਿੱਤੀ ਗਈ ਹੈ। ਯਾਤਰੀਆਂ ਦੀ ਕਮੀ ਵੀ ਇਸ ਰੇਲ ਦੇ ਬੰਦ ਹੋਣ ਦਾ ਅਹਿਮ ਕਾਰਨ ਮੰਨਿਆ ਜਾ ਰਿਹਾ ਹੈ। ਭਾਰਤ 'ਚ ਪਿਛਲੇ 24 ਘੰਟਿਆਂ ਦੌਰਾਨ 4 ਲੱਖ ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਨੇ। 4092 ਲੋਕਾਂ ਦੀ ਮੌਤ ਹੋਈ ਹੈ। ਹਾਲਾਂਕਿ ਇਹਨਾਂ 24 ਘੰਟਿਆਂ ਦੌਰਾਨ 3,86,000 ਤੋਂ ਵੱਧ ਲੋਕ ਠੀਕ ਹੋਏ ਨੇ, ਪਰ ਪੀੜਤਾਂ ਦਾ ਕੁੱਲ ਅੰਕੜਾ 2 ਕਰੋੜ 22 ਲੱਖ ਤੋਂ ਪਾਰ ਹੋ ਚੁੱਕਿਆ ਹੈ। 2,42,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਪਰ ਹਾਲੇ ਵੀ 37,36,000 ਤੋਂ ਵੱਧ ਲੋਕ ਜੇਰੇ ਇਲਾਜ ਨੇ। ਕੋਰੋਨਾ ਤੋਂ ਇਕੱਲਾ ਪ੍ਰਭਾਵਿਤ ਮੁਲਕ ਭਾਰਤ ਨਹੀਂ ਬਲਕਿ ਦੁਨੀਆ ਦੇ ਵਿੱਚ ਵੀ ਅੰਕੜੇ ਰਫ਼ਤਾਰ ਫੜ ਰਹੇ ਨੇ। ਪਿਛਲੇ 24 ਘੰਟਿਆਂ ਦੌਰਾਨ ਦੁਨੀਆ 'ਚ 7,83,000 ਤੋਂ ਵੱਧ ਕੇਸ ਦਰਜ ਕੀਤੇ ਗਏ ਨੇ। ਇਹਨਾਂ 24 ਘੰਟਿਆਂ ਦੌਰਾਨ ਹੀ 13,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਪੀੜਤਾਂ ਦਾ ਕੁੱਲ ਅੰਕੜਾ 15 ਕਰੋੜ 83 ਲੱਖ ਤੋਂ ਪਾਰ ਹੋ ਚੁੱਕਿਆ ਹੈ। 32,97,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਮੁਲਕ ਅਮਰੀਕਾ ਹੈ, ਜਿੱਥੇ ਪੀੜਤਾਂ ਦਾ ਕੁੱਲ ਅੰਕੜਾ 3 ਕਰੋੜ 34 ਲੱਖ ਤੋਂ ਪਾਰ ਪਹੁੰਚ ਚੁੱਕਿਆ ਹੈ। ਬ੍ਰਾਜ਼ੀਲ ਜਿੱਥੇ ਕੋਰੋਨਾ ਪੀੜਤਾਂ ਦੀ ਕੁੱਲ ਗਿਣਤੀ 1 ਕਰੋੜ 51 ਲੱਖ ਤੋਂ ਪਾਰ ਹੈ। ਹਾਲਾਂਕਿ ਇਹਨਾਂ ਤਮਾਮ ਮੁਲਕਾਂ ਦੇ ਵਿੱਚ ਕੋਰੋਨਾ ਨੂੰ ਠੱਲ ਪਾਉਣ ਦੇ ਲਈ ਟੀਕਾਕਰਨ ਜਾਰੀ ਹੈ, ਪਰ ਬਾਵਜੂਦ ਇਸ ਦੀ ਸਥਿਤੀ ਵਿਗੜ ਰਹੀ ਹੈ। ਅੰਮ੍ਰਿਤਸਰ ਦੀ ਸਰਕਾਰੀ ਲੈਬ ਦੀ ਵੱਡੀ ਗੜਬੜੀ ਸਾਹਮਣੇ ਆਈ ਹੈ। 5 ਕੋਰੋਨਾ ਨੈਗੇਟਿਵ ਡਾਕਟਰਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ, ਜਿਸ ਤੋਂ ਬਾਅਦ ਸ਼ੱਕ ਹੋਣ ਤੇ ਇਹਨਾਂ ਡਾਕਟਰਾਂ ਦੇ ਵੱਲੋਂ ਦੁਬਾਰਾ ਕੋਰੋਨਾ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਨੈਗੇਟਿਵ ਆਈ ਹੈ। ਹੁਣ ਹਸਪਤਾਲ ਪ੍ਰਸ਼ਾਸਨ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ। ਅੰਮ੍ਰਿਤਸਰ 'ਚ ਕੋਰੋਨਾ ਰਿਪੋਰਟਾਂ ਦੇ ਮਾਮਲੇ 'ਚ ਸਰਕਾਰੀ ਲੈਬ ਨੇ ਵੱਡੀ ਲਾਪਰਵਾਹੀ ਕੀਤੀ ਹੈ, ਜਿੱਥੇ 5 ਡਾਕਟਰਾਂ ਨੂੰ ਪੋਜ਼ਿਟਿਵ ਕਰਾਰ ਦਿੱਤਾ ਗਿਆ ਤੇ ਜਦੋਂ ਸ਼ੱਕ ਹੋਣ ਤੇ ਇਹਨਾਂ ਡਾਕਟਰਾਂ ਨੇ ਦੁਬਾਰਾ ਟੈਸਟ ਕਰਵਾਇਆ ਤਾਂ ਰਿਪੋर्ट ਨੈਗੇਟਿव आई है। ਤੁਸੀਂ ਡਾਕਟਰ ਦੀ ਜ਼ੁਬਾਨੀ ਸੁਣੋ, आखिर मामला की सी। और हमारे पूरे डिस्ट्रिक्ट में एक लेटर सर्कुलेट हुआ था जिसमें सिविल सर्जन सर ने कहा था कि सारा स्टाफ अपना अपना RT-PCR टेस्ट करवाओ। तो हम लोगों ने भी नॉर्मल ऐसे अपना टेस्ट करवाया। हम इवनिंग में 5 लोग आते हैं IDSP लैब में, तो 5 ने करवाया। तो उसमें जब नेक्स्ट डे रिपोर्ट आई तो उसमें पॉजिटिव आ गया हम लोग। तो ऐसे तो हम बिल्कुल ठीक थे, कोई सिम्टम नहीं था, हमें बिल्कुल फिट थे। तो हम लोग बिल्कुल बहुत ज़्यादा हैरान हुए कि ये तो चीज़ पॉसिबल नहीं है। तो फिर हम लोगों ने क्या किया कि डर भी गए थे, हम लोग काफ़ी शॉक थे। तो उस चक्कर में हमने दोबारा अपना टेस्ट रिपीट करवाया। तो जब नेक्स्ट डे रिपोर्ट आई तो वो नेगेटिव आई। तो यही सारा बात हुई थी। लेकिन अब हमने कंप्लेंट वगैरह दी है, सिविल सर्जन सर को भी दी है, रिटर्न में भी दिया है। तो देखते हैं आगे क्या अभी रिजॉल्व हुआ है। अभी तक तो हमें इस बारे में कुछ पता नहीं चला कि क्या रीज़न था, क्या था। लेकिन बहुत दुख की बात है कि जैसे पूरे डिस्ट्रिक्ट में सैंपल उनकी तरफ जा रहे हैं, तो ऐसे लापरवाही वाला काम नहीं होना चाहिए। इस बार ऐसे हो गया कि स्टाफ का ही सैंपल गया और स्टाफ में ही ये प्रॉब्लम आ गई। तो हमने फिर ये मुद्दा उठाया कि ऐसा क्यों हुआ है कि हम सारे के सारे पॉजिटिव कैसे आ गए। हम लोग 5 लोग हैं यहाँ पर इवनिंग स्टाफ के, और पाँचों के पाँचों सैंपल एक साथ ही लिए गए और सारे अच्छे से मतलब सैंपल कलेक्शन भी हुआ था। तो 5 की रिपोर्ट एक साथ पॉजिटिव आ गई और सबकी रेंज भी एक जैसी आई थी। इसलिए भी हमें लगा कि ये मतलब कि क्या हो गया हमारे साथ। वैसे तो थोड़ी देर के लिए तो हम लोग बहुत शॉक्ड हो गए, क्योंकि हम लोग फैमिली में ही तब बैठे हुए थे जब हमें ये रिपोर्ट पता चली, घर पे ही थे। तो उसी टाइम से जो भी मेंटली ट्रॉमा होता है आप सब लोग समझ ही सकते हैं, जिसके साथ भी होता है। इस
फिर कुछ देर के बाद हम लोगों ने मतलब सोचा कि नहीं ऐसे नहीं हो सकता, 5 के 5 हम पॉजिटिव नहीं हो सकते क्योंकि हमें कोई सिम्टम्स नहीं है। फिर हमने दोबारा से अपने टेस्ट का वो किया कि हमें दोबारा टेस्ट करवाना है। तो फिर हम लोगों ने दोबारा सैंपल दिए, हमने रैपिड भी करवाया, फिर हमने दोबारा RT-PCR भी किया। जब दोबारा नेगेटिव की रिपोर्ट आई तब थोड़ा सा हम लोगों को हुआ, क्योंकि हमारे घर में छोटे बच्चे हैं, बुजुर्ग हैं, इसलिए हम लोग ज़्यादा वरीड थे। ਦਰਅਸਲ ਅੰਮ੍ਰਿਤਸਰ 'ਚ ਬਾਇਓਲੋਜੀ ਲੈਬ ਨੇ ਜਿੱਥੇ ਕਰੋਨਾ ਦੇ ਸੈਂਪਲ ਇਕੱਠੇ ਕੀਤੇ ਜਾਂਦੇ ਨੇ ਉੱਥੇ ਲਾਪਰਵਾਹੀ ਹੋਣ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਅੰਮ੍ਰਿਤਸਰ ਦੇ ਸਿਵਲ ਸਰਜਨ ਡਾਕਟਰ ਚਰਨਜੀਤ ਸਿੰਘ ਨੇ ਦਾਅਵਾ ਕੀਤਾ ਹੈ ਕਿ ਕਰੋਨਾ ਟੈਸਟ ਦੇ ਲਈ ਸੈਂਪਲ ਲਏ ਗਏ ਤੇ ਕੰਟੈਮੀਨੇਸ਼ਨ ਹੋਣ ਕਾਰਨ ਰਿਪੋर्ट ਬਦਲੀ ਹੋ ਸਕਦੀ ਹੈ। ਇਸ ਦੇ ਲਈ ਜਾਂਚ ਦੇ ਹੁਕਮ ਦਿੱਤੇ ਗਏ ਨੇ। उस दिन कंपैरेटिवली ज़्यादा पॉजिटिव आए थे, तो बाद में ये भी आया कि हमारे कुछ जैसे IDS की लैब है, वहाँ के 5 हमारे जो एम्प्लॉइज़ थे उनके पॉजिटिव आए, दैन नेक्स्ट वो नेगेटिव हो गए। तो उसके लिए मैं जो हमारे असिस्टेंट सिविल सर्जन है उनको बोला था कि मामले की पड़ताल करो, वो कर रहे हैं। और हमने लेटर लिखी है प्रिंसिपल मेडिकल कॉलेज और उनके मेडिकल स्टूडेंट को कि इस मामले की पड़ताल करके हमें रिपोर्ट दें। कब तक रिपोर्ट की मांग? हमने बोला कि इसकी तुरंत रिपोर्ट भेजी जाए, तो उसकी जो जब रिपोर्ट आएगी दैन फर्दर एक्शन विल बी टेकन। प्राइमरी फेसाई क्या चीज़ सामने आई? नहीं, अभी तो जब रिपोर्ट आएगी उनकी उसके बाद ही पता लगेगा कि वहाँ क्या प्रॉब्लम हुई है, जहाँ फैक्ट्स क्या हैं केस के। जी नहीं, अभी जो आपके पास जो कंप्लेंट आई है वो क्या आई है पूरी? नहीं, वो तो यही कह रहे हैं कि हमारे टेस्ट पहले पॉजिटिव आए एंड नेक्स्ट डे हमारे नेगेटिव हो गए वहीं मेडिकल कॉलेज से। तो क्या ये पॉसिबल है? एंड ऑलरेडी वी हैव सेंड द रिपोर्ट हमने नेक्स्ट करके ये मेडिकल कॉलेज को भेजी है कि इसके बारे में हमें वो अपना इंक्वायर करके हमें रिपोर्ट दें तक इसमें क्या हुआ है। ਦਰਅਸਲ 5 ਮਈ ਦੀ ਰਿਪੋਰਟ 'ਚ ਅੰਮ੍ਰਿਤਸਰ 'ਚ 932 ਮਰੀਜ਼ ਕਰੋਨਾ ਪੋਜ਼ਿਟਿਵ ਪਾਏ ਗਏ ਸਨ, ਜਿਨ੍ਹਾਂ 'ਚ 5 ਡਾਕਟਰ ਵੀ ਸ਼ਾਮਿਲ ਸਨ, ਜਿਸ ਨੇ ਸਿਹਤ ਵਿਭਾਗ ਨੂੰ ਫਿਕਰਾਂ ਦੇ ਵਿੱਚ ਪਾ ਦਿੱਤਾ। ਪਰ ਹੁਣ ਡਾਕਟਰਾਂ ਦੇ ਵੱਲੋਂ ਮੁੜ ਕਰਵਾਈ ਜਾਂਚ ਨੇ ਸਿਹਤ ਵਿਭਾਗ ਦੀ ਕਾਰਜ ਪ੍ਰਣਾਲੀ ਤੇ ਸਵਾਲ ਖੜੇ ਕਰ ਦਿੱਤੇ ਨੇ। ਇੱਥੇ ਰੁਕਦੇ ਹਾਂ ਛੋਟੇ ਜਿਹੇ ਬ੍ਰੇਕ ਦੇ ਲਈ। ਬ੍ਰੇਕ ਤੋਂ ਬਾਅਦ ਅਫਗਾਨਿਸਤਾਨ ਦੀ ਗੱਲ ਹੋਵੇਗੀ ਜਿੱਥੇ ਬੰਬ ਧਮਾਕਾ ਹੋਇਆ ਹੈ। ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਬੰਬ ਧਮਾਕੇ ਦੇ ਨਾਲ ਦਹਿਲ ਉੱਠੀ ਹੈ। ਸਕੂਲ ਦੇ ਨੇੜੇ ਬੰਬ ਧਮਾਕਾ ਹੋਣ ਦੇ ਕਾਰਨ ਜ਼ਿਆਦਾਤਰ ਵਿਦਿਆਰਥੀਆਂ ਦੀ ਮੌਤ ਹੋਈ ਹੈ। ਇਸ ਧਮਾਕੇ ਦੇ ਵਿੱਚ 50 ਤੋਂ ਵੱਧ ਲੋਕ ਮਾਰੇ ਗਏ ਨੇ, 100 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਹਾਲਾਂਕਿ ਧਮਾਕੇ ਤੋਂ ਬਾਅਦ ਜਾਂਚ ਕੀਤੀ ਜਾ ਰਹੀ ਹੈ। ਹਰ ਪਾਸੇ ਚੀਖ ਪੁਕਾਰ, ਜਾਨ ਬਚਾਉਣ ਦੇ ਲਈ ਇੱਧਰ ਉੱਧਰ ਭੱਜੇ ਲੋਕ। ਤਸਵੀਰਾਂ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀਆਂ ਨੇ, ਜਿੱਥੇ ਸ਼ੀਆ ਬਹੁਲ ਪੱਛਮੀ ਹਿੱਸੇ ਦੇ ਵਿੱਚ ਸ਼ਨੀਵਾਰ ਨੂੰ ਇੱਕ ਸਕੂਲ ਨੇੜੇ ਹੋਏ ਬੰਬ ਧਮਾਕੇ 'ਚ ਹੁਣ ਤੱਕ 50 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਕਈ ਨੌਜਵਾਨ ਵਿਦਿਆਰਥੀ ਸ਼ਾਮਿਲ ਨੇ। ਇਸ ਤੋਂ ਇਲਾਵਾ ਵਿਦਿਆਰਥੀਆਂ ਸਮੇਤ 100 ਤੋਂ ਵੱਧ ਲੋਕ ਜ਼ਖਮੀ ਵੀ ਹੋਏ ਨੇ। ਜ਼ਖਮੀਆਂ 'ਚ ਜ਼ਿਆਦਾਤਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਸ ਹਮਲੇ ਦਾ ਇਲਜ਼ਾਮ ਤਾਲਿਬਾਨ ਤੇ ਲਾਇਆ ਹੈ, ਪਰ ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ। ਉਧਰ ਤਾਲਿਬਾਨ ਨੇ ਹਮਲੇ ਦੇ ਵਿੱਚ ਹੱਥ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਅਫਗਾਨਿਸਤਾਨ ਦੇ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਸ਼ੀਆ ਬਹੁਲ ਦਸਤੇ ਬਾਰਚੀ ਇਲਾਕੇ ਦੇ ਵਿੱਚ ਸਥਿਤ ਸਾਇਦ ਅਲ ਸ਼ਾਹਦਾ ਸਕੂਲ ਦੇ ਨਜ਼ਦੀਕ ਹੋਏ ਧਮਾਕੇ ਵਾਲੀ ਥਾਂ ਤੋਂ ਐਂਬੂਲੈਂਸ ਅਤੇ ਹੋਰ ਐਮਰਜੈਂਸੀ ਵਾਹਨਾਂ ਰਾਹੀਂ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਜਾ ਰਿਹਾ ਹੈ। ਇਹ ਹਮਲਾ ਬੱਚਿਆਂ ਨੂੰ ਸਕੂਲ ਤੋਂ ਛੁੱਟੀ ਹੋਣ ਸਮੇਂ ਹੋਇਆ, ਜਿਸ ਸਮੇਂ ਲੜਕੀਆਂ ਸਕੂਲ ਤੋਂ ਬਾਹਰ ਨਿਕਲ ਰਹੀਆਂ ਸਨ। ਉਦੋਂ ਹੀ ਜ਼ਬਰਦਸਤ ਧਮਾਕਾ ਹੋਇਆ। ਹਾਲਾਂਕਿ ਕੁਝ ਚਸ਼ਮਦੀਦ ਦਾਅਵਾ ਕਰ ਰਹੇ ਨੇ ਕਿ ਹਮਲਾ ਰਾਕਟ ਜ਼ਰੀਏ ਹੋਇਆ ਹੈ, ਤਾਂ ਕੁਝ ਦਾ ਮੰਨਣਾ ਹੈ ਕਿ ਸਕੂਲ ਬਾਹਰ ਖੜੀ ਕਾਰ ਦੇ ਵਿੱਚ ਧਮਾਕਾ ਹੋਇਆ, ਪਰ ਫਿਲਹਾਲ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਸਿੱਖਿਆ ਮੰਤਰਾਲੇ ਦੇ ਬੁਲਾਰੇ ਨਜ਼ੀਰਾ ਏਰੀਅਨ ਨੇ ਦਾਅਵਾ ਕੀਤਾ ਹੈ ਕਿ ਸੈਯਦ ਉਲ ਸ਼ਹਾਦਾ ਹਾਈ ਸਕੂਲ ਦੇ ਵਿੱਚ ਲੜਕੇ ਅਤੇ ਲੜਕੀਆਂ ਦੋਵੇਂ 3 ਸ਼ਿਫਟਾਂ ਦੇ ਵਿੱਚ ਪੜ੍ਹਦੇ ਨੇ ਤੇ ਜਦੋਂ ਹਮਲਾ ਹੋਇਆ ਸਥਾਨਕ ਸਮੇਂ ਮੁਤਾਬਿਕ 4:30 ਵਜੇ ਦੂਜੀ ਸ਼ਿਫਟ ਦੇ ਵਿੱਚ ਲੜਕੀਆਂ ਪੜ੍ਹ ਰਹੀਆਂ ਸਨ। ਇਸ ਲਈ ਮਰਨ ਵਾਲਿਆਂ ਦੇ ਵਿੱਚ ਜ਼ਿਆਦਾਤਰ ਵਿਦਿਆਰਥਣਾਂ ਸ਼ਾਮਿਲ ਨੇ।
ਇਸ ਇਲਾਕੇ 'ਚ ਪਿਛਲੇ ਸਾਲ ਸ਼ੀਆ ਸਮੂਹ ਨੂੰ ਨਿਸ਼ਾਨਾ ਬਣਾ ਕੇ ਹਮਲਾ ਕੀਤਾ ਗਿਆ ਸੀ, ਜਿਸ ਦੇ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਇਹ ਹਮਲਾ ਅਜਿਹੇ ਸਮੇਂ ਹੋਇਆ ਜਦੋਂ ਅਫਗਾਨਿਸਤਾਨ ਤੋਂ ਅਫਰੀਕੀ ਸੈਨਿਕਾਂ ਦੀ ਵਾਪਸੀ ਹੋ ਰਹੀ ਹੈ। ਅਫਗਾਨਿਸਤਾਨ 'ਚ 25,000 ਤੋਂ ਵੱਧ ਅਮਰੀਕੀ ਫੌਜੀ ਤੈਨਾਤ ਨੇ, ਜਿਨ੍ਹਾਂ ਦੀ 11 ਸਤੰਬਰ ਤੱਕ ਪੂਰੀ ਵਾਪਸੀ ਹੋਵੇਗੀ। ਹਾਲਾਂਕਿ ਅਮਰੀਕੀ ਫੌਜ ਦੀ ਇਹ ਵਾਪਸੀ ਤਾਲਿਬਾਨ ਦੇ ਦੁਬਾਰਾ ਤਾਕਤਵਰ ਹੋਣ ਦਾ ਖਦਸ਼ਾ ਜ਼ਾਹਰ ਕਰ ਰਹੀ ਹੈ, ਜਿਸ ਦੇ ਕਬਜ਼ੇ ਦੇ ਵਿੱਚ ਅੱਧਾ ਅਫਗਾਨਿਸਤਾਨ ਹੈ। ਪਾਕਿਸਤਾਨ 'ਚ ਸਨਾ ਰਾਮਚੰਦ ਦੂਜਿਆਂ ਦੇ ਲਈ ਮਿਸਾਲ ਬਣੀ ਹੈ। CSS ਪ੍ਰੀਖਿਆ ਪਾਸ ਕਰਨ ਵਾਲੀ ਸਨਾ ਰਾਮਚੰਦ ਪਾਕਿਸਤਾਨ ਦੀ ਪਹਿਲੀ ਹਿੰਦੂ ਲੜਕੀ ਹੈ। ਇਹ ਹੈ ਸਨਾ ਰਾਮਚੰਦ, ਜਿਸ ਨੇ ਪਾਕਿਸਤਾਨ 'ਚ ਮਿਸਾਲ ਪੇਸ਼ ਕੀਤੀ ਹੈ। ਪਹਿਲੀ ਅਜਿਹੀ ਹਿੰਦੂ ਲੜਕੀ ਹੈ ਜੋ ਦੇਸ਼ ਦੀ ਸਭ ਤੋਂ ਵੱਡੀ ਪ੍ਰਸ਼ਾਸਨਿਕ ਪ੍ਰੀਖਿਆ ਪਾਸ ਕਰ ਅਫਸਰ ਬਣਨ ਜਾ ਰਹੀ ਹੈ। ਸਨਾ ਸੈਂਟਰਲ ਸੁਪੀਰੀਅਰ ਸਰਵਿਸ ਦੇ ਵਿੱਚ ਸਿਲੈਕਟ ਹੋਣ ਬਾਅਦ ਪਾਕਿਸਤਾਨ ਪ੍ਰਸ਼ਾਸਨਿਕ ਸੇਵਾ ਦੇ ਵਿੱਚ ਚੁਣੀ ਗਈ ਹੈ। ਹੁਣ ਅਸਿਸਟੈਂਟ ਕਮਿਸ਼ਨਰ ਬਣੇਗੀ। ਸਨਾ ਨੂੰ ਉਹਨਾਂ ਦੀ ਕਾਮਯਾਬੀ ਤੇ ਪਾਕਿਸਤਾਨ ਦੇ ਕਈ ਲੀਡਰਾਂ ਤੇ ਅਫਸਰਾਂ ਨੇ ਸੋਸ਼ਲ ਮੀਡੀਆ ਜ਼ਰੀਏ ਵਧਾਈ ਵੀ ਦਿੱਤੀ ਹੈ। ਦਰਅਸਲ ਪਾਕਿਸਤਾਨ ਦੀ CSS ਲਿਖਤ ਪ੍ਰੀਖਿਆ ਦੇ ਵਿੱਚ ਇਸ ਵਾਰ 18,553 ਉਮੀਦਵਾਰ ਸ਼ਾਮਲ ਹੋਏ ਸਨ, ਜਿਨ੍ਹਾਂ 'ਚ ਸਿਰਫ 221 ਹੀ ਪਾਸ ਹੋਏ। ਉਹਨਾਂ 'ਚ 79 ਮਹਿਲਾਵਾਂ ਚੁਣੀਆਂ ਗਈਆਂ ਨੇ। ਇਸ ਤੋਂ ਇਲਾਵਾ ਟੌਪਰ ਵੀ ਮਹਿਲਾ ਹੈ, ਜਿਸ ਦਾ ਨਾਮ ਮਾਹਿਨ ਹਸਨ ਹੈ। ਸਨਾ MBBS ਅਤੇ ਹਿੰਦੂ ਬਹੁ ਗਿਣਤੀ ਸਿੰਧ ਸੂਬੇ ਦੇ ਸ਼ਿਕਾਰਪੁਰ ਜ਼ਿਲ੍ਹੇ ਦੇ ਵਿੱਚ ਰਹਿੰਦੀ ਹੈ। ਫਿਲਹਾਲ ਕਰਾਚੀ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਸੇਵਾਵਾਂ ਨਿਭਾ ਰਹੀ ਹੈ। ਜਲਦ ਹੀ ਸਰਜਨ ਬਣਨ ਵਾਲੀ ਸਨਾ ਬੇहद ਖੁਸ਼ ਹੈ। ਫਿਲਹਾਲ ਦੇ ਲਈ ਬਸ ਇੰਨਾ ਹੀ। ਤੇ ਇਸ ਦੇ ਨਾਲ ਹੀ ਦੇਸ਼ ਦੁਨੀਆ ਤੇ ਪੰਜਾਬ ਦੀ ਹਰ ਵੱਡੀ ਖਬਰ ਦੇ ਲਈ ਤੁਸੀਂ ਦੇਖਦੇ ਰਹੋ ABP ਸਾਂਝਾ।